Yes, ma'am. Please start. Okay, thank you. Thank you. So, my dear masters and my dear friends, ਤੁਹਾਨੂੰ ਸਾਰਿਆਂ ਨੂੰ ਪਿਆਰ ਵਾਲੀ ਸਤਿ ਸ੍ਰੀ ਅਕਾਲ। I hope ਅਸੀਂ ਹੁਣ ਆਪਣੇ ਹਾਇਰ ਸੈਲਫ ਦੇ ਨਾਲ ਕਮਿਊਨੀਕੇਟ ਕਰਨ ਦੇ ਵਿੱਚ ਕੰਫਰਟੇਬਲ ਹੋ ਗਏ ਹੋਵਾਂਗੇ। ਕਾਫੀ ਈਜ਼ੀ ਹੋ ਗਿਆ ਹੋਏਗਾ ਨਾ ਸਾਨੂੰ, ਕਿਉਂਕਿ ਸਾਨੂੰ ਸਿਗਨਲਸ ਵੀ ਮਿਲ ਗਏ, ਸੇਫਗਾਰਡਸ ਵੀ ਮਿਲ ਗਿਆ, ਹਾਇਰ ਸੈਲਫ ਦਾ ਨਾਮ ਵੀ ਸਾਨੂੰ ਮਿਲ ਗਿਆ। ਔਰ ਇਸ ਹਫਤੇ ਵੀ ਅਸੀਂ ਜਿਹੜਾ ਸਾਡਾ ਬੌਂਡ ਹੈ ਉਸ ਆਪਣੇ ਹਾਇਰ ਸੈਲਫ ਦੇ ਨਾਲ, ਉਸਨੂੰ ਅਸੀਂ ਹੋਰ ਜ਼ਿਆਦਾ ਗਹਿਰਾ ਕਰਨ ਵਾਲੇ ਹਾਂ। ਕਿਸ ਤਰੀਕੇ ਨਾਲ? ਕਿਉਂਕਿ ਅਸੀਂ ਹੁਣ ਬੜੀ ਅਵੇਅਰਨੈਸ ਦੇ ਨਾਲ, ਬੜੀ ਅਲਰਟਨੈਸ ਦੇ ਨਾਲ ਹਾਇਰ ਸੈਲਫ ਤੋਂ ਮੈਸੇਜ ਲੈਣਾ ਸਿੱਖਾਂਗੇ ਕਿ ਹਾਇਰ ਸੈਲਫ ਦਾ ਮੈਸੇਜ ਅਸੀਂ ਕਿਸ ਤਰ੍ਹਾਂ ਰਿਸੀਵ ਕਰੀਏ। ਪਿਛਲੇ ਹਫ਼ਤਿਆਂ ਦੇ ਵਿੱਚ ਅਸੀਂ ਜਿਸ ਤਰ੍ਹਾਂ ਆਪਣੇ ਆਪ ਨੂੰ ਦੇਖਿਆ ਨਾ, ਕਿ ਅਸੀਂ ਜਦੋਂ ਗੋਡ ਦੀਆਂ, ਈਸ਼ਵਰ ਦੀਆਂ ਕੁਆਲਿਟੀਜ਼ ਨੂੰ ਦੇਖਿਆ, ਪਰਮਾਤਮਾ ਦੀਆਂ ਜਿੰਨੀਆਂ ਵੀ ਕੁਆਲਿਟੀਜ਼ ਨੇ, ਔਰ ਅਸੀਂ ਉਹਨਾਂ ਨਾਲ ਇੱਕਮਿਕ ਹੋ ਗਏ, ਆਪਣੇ ਆਪ ਨੂੰ ਅਸੀਂ ਉਹਨਾਂ ਨਾਲ ਇੱਕਮਿਕ ਕਰ ਪਾਏ ਕਿ ਜਿਹੜੀਆਂ ਪਰਮਾਤਮਾ ਦੀਆਂ ਕੁਆਲਿਟੀਜ਼ ਨੇ ਉਹ ਕੁਆਲਿਟੀਆਂ ਮੇਰੇ ਅੰਦਰ ਵੀ ਨੇ। अगर परमात्मा प्रकाश है तो मैं फील किया कि मैं खुद प्रकाश हाँ। अगर परमात्मा प्रेम है तो मैं खुद फील किया इस चीज नूं कि मैं खुद प्रेम हाँ। जितनी भी परमात्मा दी क्वालिटीज ने उन्हां नूं असी अंदर जाके फील किया, और असी हुण बड़े उन्हां क्वालिटीज दे नाल हुण इस टाइम अज हुण असी बड़े कंफर्टेबल हाँ। हुण सानू कोई ऑकवर्ड नहीं लगता है सानू अगर कोई कहंदा कि यू आर परफेक्ट, यू आर लव, यू आर अबंडेंस, है ना, यू आर इंटैलीजेंट। जो भी ਇਹੋ ਜਿਹੀ ਕੁਆਲਿਟੀਜ਼ ਨੇ ਪਹਿਲੇ ਸਾਨੂੰ ਔਕਵਰਡ ਲੱਗਦਾ ਸੀ, ਲੇਕਿਨ ਅੱਜ ਦੀ ਡੇਟ ਦੇ ਵਿੱਚ ਅਗਰ ਕੋਈ ਸਾਨੂੰ ਇਹਨਾਂ ਚੀਜ਼ਾਂ ਦੀ ਯਾਦ ਕਰਾ ਦਿੰਦਾ ਤਾਂ ਸਾਨੂੰ ਔਕਵਰਡ ਨਹੀਂ ਲੱਗਦਾ, ਅਸੀਂ ਜਸਟ ਫੀਲ ਕੰਫਰਟੇਬਲ ਵਿਦ ਦੈਟ। ਓਕੇ, ਕਿਉਂਕਿ ਅਸੀਂ ਪ੍ਰੈਕਟਿਸ ਕੀਤੀ ਹੈ ਉਹਨਾਂ ਸਾਰੇ ਗੁਣਾਂ ਨੂੰ ਆਪਣੇ ਅੰਦਰ ਫੀਲ ਕਰਕੇ। ਤੇ ਪਰਮਾਤਮਾ ਇਹ ਸਾਰੇ ਗੁਣ ਤਾਂ ਹੈ ਹੀ ਨਹੀਂ, ਲੇਕਿਨ ਪਰਮਾਤਮਾ ਕੀ ਹੈ? ਇੱਕ ਆਲ ਨੋਇੰਗ ਇੰਟੈਲੀਜੈਂਸ ਵੀ ਹੈ, ਜਿਸਨੂੰ ਅਸੀਂ ਸਰਬ ਕਲਾ ਕਾ ਗਿਆਤਾ ਵੀ ਕਹਿ ਸਕਦੇ ਹਾਂ ਕਿ ਪਰਮਾਤਮਾ ਹੈ ਜਿਸਨੂੰ ਹਰ ਚੀਜ਼ ਦਾ ਗਿਆਨ ਵੀ ਹੈ। ਹੁਣ ਤੁਸੀਂ ਕਹੋਗੇ ਕਿ ਪਿਛਲੀਆਂ ਕੁਆਲਿਟੀਜ਼ ਇਹ ਕੁਆਲਿਟੀ ਤਾਂ ਦੱਸੀ ਨਹੀਂ ਗਈ। ਆਫ ਕੋਰਸ ਐਵੇਂ ਇੱਕ ਬਾਬਾ ਜੀ ਦੀ, ਇੱਕ ਅਕਾਲ ਪੁਰਖ ਦੀ ਇਹ ਕੁਆਲਿਟੀ ਵੀ ਹੈ ਕਿ ਉਹ ਆਲ ਨੋਇੰਗ ਇੰਟੈਲੀਜੈਂਸ ਹੈ। ਉਹ ਉਸ ਅਕਾਲ ਪੁਰਖ, ਉਸ ਸ਼ਕਤੀ, ਉਹ ਈਸ਼ਵਰ, ਉਹ ਪਰਮਾਤਮਾ, ਉਹ ਹਾਇਰ ਇੰਟੈਲੀਜੈਂਸ ਦੇ ਨਾਲ, ਉਹ ਐਕਚੁਅਲੀ ਹਾਇਰ ਇੰਟੈਲੀਜੈਂਸ ਹੀ ਹੈ, ਉਸਨੂੰ ਹਰ ਚੀਜ਼ ਦੀ ਨੌਲੇਜ ਹੈ। ਪਾਸਟ ਕੀ ਹੋਇਆ, ਫਿਊਚਰ ਚ ਕੀ ਹੋਇਆ, ਜੋ ਵੀ ਡਿਸਕਵਰੀਜ਼ ਹੋ ਰਹੀਆਂ ਨੇ, ਜੋ ਇਨਵੈਂਸ਼ਨਸ ਹੋ ਰਹੀਆਂ ਨੇ, ਜੋ ਸਾਇੰਸ ਤਰੱਕੀ ਕਰ ਰਹੀ ਹੈ, ਜਿਹੜੀਆਂ ਵੀ ਆਰਟਸ ਨੇ, ਜਿਹੜਾ ਵੀ ਸੰਗੀਤ ਹੈ, ਜੋ ਕੁਝ ਵੀ ਅਸੀਂ ਦੇਖ ਰਹੇ ਹਾਂ ਆਪਣੇ ਆਸੇ ਪਾਸੇ, ਹਰ ਚੀਜ਼ ਦਾ ਗਿਆਨ ਉਸ ਇੰਟੈਲੀਜੈਂਸ, ਉਸ ਸੋਰਸ, ਉਸ ਅਕਾਲ ਪੁਰਖ ਦੇ ਕੋਲ ਹੈ। ਔਰ ਅਸੀਂ ਇਹ ਵੀ ਅਸੀਂ ਜਾਣਦੇ ਕਿ ਕਿਉਂਕਿ ਅਸੀਂ ਉਹਦੇ ਨਾਲ ਜੁੜੇ ਹੋਏ ਤੇ ਅਸੀਂ ਵੀ ਉਸ ਦਾ ਹੀ ਲਿੰਕ ਹੈਗੇ, ਸਾਡੇ ਅੰਦਰ ਵੀ ਉਹ ਬੀਜ ਹੈ, ਉਹ ਸੀਡ ਸਾਡੇ ਅੰਦਰ ਵੀ ਹੈ। ਔਰ ਆਫ ਕੋਰਸ ਸਾਨੂੰ ਅੱਜ ਤੱਕ ਸਾਨੂੰ ਕੀ ਕਿਹਾ ਗਿਆ ਹੈ ਕਿ ਇਨਸਾਨ ਜਿਹੜਾ ਹੈ ਉਹ ਗਲਤੀਆਂ ਦਾ ਪੁਤਲਾ ਹੈ। ਇਹ ਅੱਜ ਤੋਂ ਨਹੀਂ ਕਿਹਾ ਗਿਆ, ਸਦੀਆਂ ਤੋਂ ਸਾਨੂੰ ਇਹ ਦੱਸਿਆ ਗਿਆ ਹੈ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ ਔਰ ਗਲਤੀਆਂ ਕਰਨਾ ਇਹਦਾ ਸੁਭਾਅ ਹੈ। ਲੇਕਿਨ ਅਸਲੀਅਤ ਇਸ ਤੋਂ ਬਿਲਕੁਲ ਉਲਟ ਹੈ, ਇਹ ਇੱਕ ਮਿਥ ਹੈ। ਸੱਚਾਈ ਕੀ ਹੈ ਕਿ ਜਦੋਂ ਇਨਸਾਨ ਆਪਣੀ ਸਾਰੀਆਂ ਚੀਜ਼ਾਂ ਨੂੰ ਜਾਣਨ, ਆਪਣੀ ਜਿਹੜੀ ਵੀ ਨੌਲੇਜ ਹੈ ਉਹਦੀ ਕੰਪਲੀਟ ਨੌਲੇਜ ਨੂੰ ਜਾਣਨ ਤੋਂ ਬਾਅਦ ਜਦੋਂ ਐਕਸ਼ਨ ਕਰਦਾ ਹੈ ਤਦ ਉਹ ਇਨਸਾਨ ਕਹਿਲਾਂਦਾ ਹੈ, ਅਦਰਵਾਈਜ਼ ਨਹੀਂ। ਕੰਪਲੀਟ ਨੌਲੇਜ ਤੋਂ ਜਦੋਂ ਐਕਸ਼ਨ ਕਰਦਾ ਹੈ, ਅੱਜ ਤੱਕ ਇਨਸਾਨ ਕਿੱਥੋਂ ਨੌਲੇਜ ਐਕਸ਼ਨ ਕਰ ਰਿਹਾ ਸੀ? ਆਪਣੀ ਇਨਕੰਪਲੀਟ ਨੌਲੇਜ ਤੋਂ। ਕਿਹੜੇ ਨੌਲੇਜ ਤੋਂ? ਆਪਣੇ ਲੋਅਰ ਸੈਲਫ ਤੋਂ ਜਿਹੜੀ ਨੌਲੇਜ ਮਿਲੀ ਹੈ ਉਸੇ ਨੂੰ ਹੀ ਉਹ ਰਿਪੀਟ ਕਰੀ ਜਾ ਰਿਹਾ ਸੀ, ਉਹਦੇ ਨਾਲ ਹੀ ਐਕਸ਼ਨ ਕਰੀ ਜਾ ਰਿਹਾ ਸੀ। ਔਰ ਅਗਰ ਅਸੀਂ ਜਿਹੜੀ ਇਹ ਬੀਜ ਸਾਡੇ ਅੰਦਰ ਹੈ, ਆਲ ਨੋਇੰਗ ਇੰਟੈਲੀਜੈਂਸ, ਜਿਹੜਾ ਬੀਜ ਸਾਡੇ ਅੰਦਰ ਹੈ, ਜਿਹੜਾ ਕਿ ਹਰ ਚੀਜ਼ ਦੇ ਬਾਰੇ ਜਾਣਕਾਰੀ ਰੱਖਦਾ ਹੈ, ਅਸੀਂ ਚਾਹੁੰਦੇ ਹਾਂ ਕਿ ਅਸੀਂ ਵੀ ਉਸ ਦਾ ਲਾਭ ਲੈ ਸਕੀਏ, ਤੇ ਸਾਨੂੰ ਕੀ ਕਰਨਾ ਹੋਏਗਾ? ਉਸ ਪੂਰੇ ਦੇ ਨਾਲ, ਉਸ ਪੂਰਨ ਦੇ ਨਾਲ, ਉਸ ਪੂਰਨ ਆਤਮਾ ਦੇ ਨਾਲ, ਉਸ ਪਰਮਾਤਮਾ, ਈਸ਼ਵਰ, ਚੈਤन्य, ਪ੍ਰਭੂ, ਜੋ ਮਰਜ਼ੀ ਉਸ ਨੂੰ ਅਸੀਂ ਨਾਮ ਦੇ ਦਈਏ, ਸਾਨੂੰ ਉਸ ਦੇ ਨਾਲ ਆਪਣਾ ਇੱਕ ਕਨੈਕਸ਼ਨ ਬਣਾ ਕੇ ਰੱਖਣਾ ਪਏਗਾ, ਇੱਕ ਜੋੜ ਬਣਾ ਕੇ ਰੱਖਣਾ ਪਏਗਾ ਉਸ ਪੂਰੇ ਦੇ ਨਾਲ। ਕਿਹੜਾ ਪੂਰਾ? ਜਿਸ ਦੇ ਬਾਰੇ ਕਿਹਾ ਗਿਆ ਹੈ ਸੁਖਮਨੀ ਸਾਹਿਬ ਦੇ ਵਿੱਚ ਵੀ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਉ। ਹੁਣ ਇਹਦੇ ਚ ਉਹਨਾਂ ਨੇ ਕੀ ਕਿਹਾ ਕਿ ਪੂਰਾ ਪ੍ਰਭ ਆਰਾਧਿਆ, ਪੂਰੇ ਦੀ ਆਰਾਧਨਾ ਕਰਨੀ ਹੈ, ਅਧੂਰੇ ਦੀ ਨਹੀਂ। ਕੰਪਲੀਟ ਅਗਰ ਮੇਰਾ ਰਾਉਂਡ ਹੈ, ਪੂਰੇ ਦੀ ਮੈਂ ਆਰਾਧਨਾ ਕਰਨੀ ਹੈ, ਕੰਪਲੀਟ ਨੂੰ ਜਾਣਨਾ ਹੈ, ਹੋਲ ਸੈਲਫ ਨੂੰ ਜਾਣਨਾ, ਜਿਹੜਾ ਕੰਪਲੀਟ ਹੈ ਮੇਰਾ, ਉਸ ਨੂੰ ਮੈਂ ਜਾਣਾਂਗੀ।
ਔਰ ਉਸਨੂੰ ਜਾਣਨ ਵਾਸਤੇ ਮੈਨੂੰ ਕੀ ਕਰਨਾ ਪਏਗਾ, ਮੇਰਾ ਕਨੈਕਸ਼ਨ ਕਿਸ ਤਰ੍ਹਾਂ ਜੋੜਾਂਗੇ ਅਸੀਂ। ਮੰਨ ਲਓ ਕਿ ਜਦੋਂ ਪੁਰਾਣੇ ਟਾਈਮ ਦੇ ਉੱਤੇ ਰੇਡੀਓ ਹੁੰਦੇ ਸੀ ਔਰ ਉਹਦੇ ਵਿੱਚ ਅਸੀਂ ਜਦੋਂ ਇੱਕ ਸਟੇਸ਼ਨ ਤੋਂ ਦੂਸਰੇ ਸਟੇਸ਼ਨ ਤੇ ਜਾਣਾ ਹੁੰਦਾ ਸੀ, ਸਾਨੂੰ ਉਹ ਟਿਊਨਿੰਗ ਕਰਨੀ ਪੈਂਦੀ ਸੀ। ਅਗਰ ਵਿਵਿਧ ਭਾਰਤੀ ਤੋਂ ਅਸੀਂ ਮੈਂ ਜਾਣਾ ਹੈਗਾ, ਬਿਨਾਕਾ ਦੇ ਉੱਤੇ ਜਾਣਾ ਹੈ, ਕਿਉਂਕਿ ਅਸੀਂ ਉਸ ਟਾਈਮ ਤੇ ਬਿਨਾਕਾ ਮਸ਼ਹੂਰ ਹੁੰਦਾ ਸੀ, ਵਿਵਿਧ ਭਾਰਤੀ ਬਿਨਾਕਾ ਦੋ ਹੁੰਦੇ ਸੀ। ਤਾਂ ਵਿਵਿਧ ਭਾਰਤੀ ਤੋਂ ਈਜ਼ੀਲੀ ਲੱਗ ਜਾਂਦਾ ਸੀ, ਬਿਨਾਕਾ ਤੇ ਜਾਣ ਲੱਗਿਆ ਨੂੰ ਸਾਨੂੰ ਧੀਰੇ ਧੀਰੇ ਆਪਣੀ ਟਿਊਨਿੰਗ ਸੈੱਟ ਕਰਨੀ ਪੈਂਦੀ ਸੀ। ਟਿਊਨਿੰਗ ਸੈੱਟ ਕਰਦਿਆਂ ਕਰਦਿਆਂ ਜਦੋਂ ਸਾਡਾ ਕਨੈਕਸ਼ਨ ਜੁੜ ਜਾਂਦਾ ਸੀਗਾ ਤੇ ਉਸ ਤੋਂ ਆਵਾਜ਼ ਸਾਨੂੰ ਕਲੀਅਰ, ਯਾਨੀ ਉਸ ਸਟੇਸ਼ਨ ਤੋਂ ਸਾਨੂੰ ਆਵਾਜ਼ ਕਲੀਅਰ ਆਣੀ ਸ਼ੁਰੂ ਹੋ ਜਾਂਦੀ ਸੀ। ਇਹਨੂੰ ਅਸੀਂ ਹੋਰ ਇੱਕ ਤਰੀਕੇ ਦੇ ਨਾਲ ਵੀ ਸਮਝ ਲੈਂਦੇ ਹਾਂ ਕਿ ਇਹਦੇ ਨਾਲ ਜੁੜਨਾ ਯਾਨੀ ਕਨੈਕਸ਼ਨ। ਮੰਨ ਲੀजिए, ਮੰਨ ਲਓ ਅਸੀਂ ਇੱਕ ਟਾਵਰ ਦੇ ਵਿੱਚ ਰਹਿ ਰਹੇ ਹਾਂ, 10th ਫਲੋਰ ਦਾ ਟਾਵਰ ਹੈ ਔਰ ਇੱਕ ਪਰਸਨ ਜਿਹੜਾ ਹੈ ਉਹ ਗਰਾਊਂਡ ਫਲੋਰ ਤੇ ਹੈ ਔਰ ਇੱਕ ਪਰਸਨ 10th ਫਲੋਰ ਤੇ ਉੱਤੇ। ਉਹਨਾਂ ਦੇ ਕੋਲ ਫੋਨ ਨੇ ਔਰ ਜੋ ग्राउंड फ्लोर पे पर्सन खड़ा है वो देख के की कह रहा है कि भाई ऊपर वाले बंदे नु जेड़ा 10th फ्लोर पे है कि अरे भाई बड़ी जगह बड़ी खराब है, कितनी गंदगी है इत्थे, देखो कचरे दा ढेर लगा दा है, ट्रैफिक कितना ज्यादा है, शोर कितना मचिया दा है, लोकी कोई तमीज ही नहीं है, कभी रेहड़ी वाला आ रहा है, कोई कुछ आ रहा है, सब पासे गंदगी गंदगी फैली दी है, चिक्कड़ ही चिक्कड़ है, लंघना भी मुश्किल हो रहा है इस जगह तो। लेकिन जो 10th फ्लोर ते इंसान खड़ा है वो कह रहा कि मैनू तो इस तरह कुछ दिखाई नहीं दे रहा, मैनू तो बहुत सुंदर सुंदर पहाड़ दिखाई दे रहे ने, बड़े बड़े अच्छे अच्छे वृक्ष दिखाई दे रहे ने, माउंटेन्स ने, पेड़ ने, ठंडी हवा चल रही है, खुला आसमान है, पक्षी चहचहा रहे ने, चिड़िया की आवाज आ रही है, जो गल्लां तू कह रही है वो तो मैनू कुछ दिखाई नहीं दे रहा। हुण नीचे वाला पर्सन ਉੱਪਰ ਵਾਲੇ ਪਰਸਨ ਦੇ ਨਾਲ ਗੱਲ ਕਰ ਰਿਹਾ, ਦੋਨਾਂ ਦੀ ਆਪਸ ਦੇ ਵਿੱਚ ਟਿਊਨਿੰਗ ਨਹੀਂ ਹੋ ਰਹੀ, ਦੋਨਾਂ ਦੀਆਂ ਗੱਲਾਂ ਆਪਸ ਦੇ ਵਿੱਚ ਮੈਚ ਨਹੀਂ ਕਰ ਰਹੀਆਂ। ਹੁਣ ਅਸੀਂ ਬੜੇ ਕਲੀਅਰਲੀ ਜਾਣਦੇ ਹਾਂ ਕਿ ਅਗਰ ਜਿਹੜਾ ਗਰਾਊਂਡ ਫਲੋਰ ਤੇ ਇਨਸਾਨ ਖੜਾ ਹੈ, ਅਗਰ ਉਹ ਚਾਹੁੰਦਾ ਹੈ ਕਿ ਮੈਂ 10th ਫਲੋਰ ਵਾਲੀਆਂ ਚੀਜ਼ਾਂ ਨੂੰ ਐਕਸਪਲੋਰ ਕਰਾਂ ਜੋ ਉਹ ਬੰਦਾ ਗੱਲ ਕਰ ਰਿਹਾ ਹੈ, ਔਰ ਸੇਮ ਜਗ੍ਹਾ ਦੇ ਉੱਤੇ ਖੜੇ ਹੋ ਕੇ, ਜਗ੍ਹਾ ਸੇਮ ਹੈ, ਇੱਕ 10th ਤੇ ਖੜਾ ਹੈ, ਇੱਕ ਗਰਾਊਂਡ ਦੇ ਉੱਤੇ ਖੜਾ ਹੈ, ਲੇਕਿਨ ਇੱਕ ਕਿਹਦੇ ਨਾਲ ਕਨੈਕਟਡ ਹੈ, ਧਰਤੀ ਦੇ ਨਾਲ ਜੁੜਿਆ ਹੋਇਆ। तो जी धरती की ग्रेविटी फोर्स भी है, इनफैक्ट जो बंदा असी जो हाँ जेकर असी ग्रेविटी फोर्स के नाल, धरती की ग्रेविटी फोर्स के नाल खड़े हैं तो सानू धरती दी चीज़ां ही आसे पासे दिखण वालियां ने, यानी लोअर सेल्फ दी चीज़ां, क्योंकि लोअर सेल्फ साडा किहदे नाल कनैक्टेड है, धरती दे नाल, धरती दी वासनावां दे नाल, इन्हां इंद्रियां दे नाल, 5 सेंसिस जड़ियां साडियां इस धरती दे नाल जुड़ियां होईयां ने, जिहदे नाल असी देख रहे हैं, सुन रहे हैं, बोल रहे हैं और एक्सपीरियंस कर रहे हैं, अपनी त्वचा दे उत्ते फील कर रहे हैं। सो अगर तो मैं इन्हां चीज़ां दे नाल लोअर दे उत्ते आ गई, लोअर फ्रीक्वेंसी दे उत्ते आ गई हां, ते मैनूं की दिखाई देने वाला है, यही सारियां चीज़ां, और मैं यही सारियां चीज़ां एक्सप्लेन करांगी, यही सारा चीज़ां दे बारे गलबात करांगी। तो यह जिहड़ी मेरी नॉलेज है, यह लिमिटेड नॉलेज है, और अगर मैं सच्ची मुच्ची जानना चाहनी हां, इस जो मेरी ऑल नोइंग इंटैलीजेंस जिहदे बारे असीं गल कर रहे हां कि ऑल नोइंग इंटैलीजेंस है परमात्मा और ऑल नोइंग इंटैलीजेंस है, अगर मैं इस स्वाद नूं भी चखना चाहनी हां तद मैनूं की करना पेगा, ऑफ कोर्स मैनूं 10th फ्लोर ते जाना पेगा, ऑफ कोर्स मैनूं अपनी फ्रीक्वेंसी हायर करनी पेगी ताकि मैं उस चीज़ां नूं, उन्हां चीज़ां दे बारे जान सकां, देख सकां, महसूस कर सकां, और फिर मैं उन्हां दे बारे गल कर सकां। जिन्हों कहना पूरा प्रभ आराध्या पूरा जाका नाम, नानक पूरे, फिर उस पूरे नूं प्राप्त करन तो बाद 10th फ्लोर तो जान तो बाद अपनी फ्रीक्वेंसी नूं हायर करन तो बाद मैं फिर उस ते गुण गावांगी जो 10th फ्लोर तो मैनूं दिखाई दे रहा होएगा। ते हुण असीं की करन वाले हां, ਇਹ ਜਿਹੜੀਆਂ ਅਸੀਂ ਆਪਣੇ ਆਪ ਨੂੰ ਹਾਲੇ ਤੱਕ ਸਮਝ ਕੇ ਬੈਠੇ ਸੀ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ, ਗਲਤੀਆਂ ਕਰਨਾ ਤਾਂ ਮੇਰਾ ਸੁਭਾਅ ਹੈ, ਗਲਤੀਆਂ ਕਰਨਾ ਮੈਂ ਐਸੀ ਹਾਂ, ਮੈਂ ਇਸ ਤੋਂ ਇਲਾਵਾ ਕੁਝ ਕਰ ਨਹੀਂ ਸਕਦੀ। ਇਹ ਹੁਣ ਜਿਹੜਾ ਇੱਕ ਮਿਥ ਸੀਗਾ, ਇਹ ਹੁਣ ਮਿਥ ਅੱਜ ਟੁੱਟ ਗਿਆ ਹੈ, ਔਰ ਹੁਣ ਅਸੀਂ ਕੀ ਕਰਨਾ ਹੈ, ਕਿਉਂਕਿ ਅਸੀਂ ਹੁਣ ਉਸ ਨੌਲੇਜ ਨੂੰ ਟੈਪ ਕਰਨਾ ਹੈ ਜਿਹੜੀ ਹਾਇਰ ਸੈਲਫ ਦੇ ਨਾਲ ਜੁੜੀ ਹੋ ਰਹੀ ਹੈ, ਕਿਉਂਕਿ ਹਾਇਰ ਸੈਲਫ ਅਸੀਂ ਜਾਣਿਆ ਸੀ ਹਮੇਸ਼ਾ ਉਸ ਅਕਾਲ ਪੁਰਖ ਦੇ ਨਾਲ, ਉਸ ਈਸ਼ਵਰ ਦੇ ਨਾਲ, ਉਸ ਪਰਮਾਤਮਾ ਦੇ ਨਾਲ 24 ਘੰਟੇ ਹਰ ਵਕਤ ਉਹ ਕਨੈਕਟਡ ਰਹਿੰਦਾ ਹੈ, ਉਹਦਾ ਲਿੰਕ ਕਦੀ ਟੁੱਟਦਾ ਨਹੀਂ ਹੈ, ਉਹ 24 ਘੰਟੇ ਕਨੈਕਟ ਕਰਦਾ ਹੈ, ਔਰ ਹੁਣ ਅਸੀਂ ਉਹਨੂੰ ਟੈਪ ਕਰਨਾ ਹੀ ਤਾਂ ਸਿੱਖ ਰਹੇ ਹਾਂ ਨਾ ਇਸ ਬੁੱਕ ਦੇ ਦੁਆਰਾ, ਇਸ ਜੋ ਵੀ ਸਾਨੂੰ ਹੁਣ ਨੌਲੇਜ ਮਿਲ ਰਹੀ ਹੈ। ਤੇ ਇਹਦੇ ਲਈ ਸਾਨੂੰ ਹੁਣ ਜ਼ਰੂਰੀ ਕੀ ਹੈ ਕਿ ਅਸੀਂ ਦਿਨ ਦਾ ਕੁਝ ਸਮਾਂ ਕੱਲੇ ਹੋ ਕੇ ਬਿਤਾਈਏ, ਕੱਲੇ ਇੱਕ ਕਮਰੇ ਦੇ ਵਿੱਚ ਕੱਲੇ ਬੈਠ ਜਾਈਏ, ਜਿਹੜੇ ਕਿ ਅਸੀਂ ਪ੍ਰੈਕਟਿਸ ਕਰ ਹੀ ਰਹੇ ਹਾਂ ਕੁਝ ਸਮੇਂ ਤੋਂ,
ਕੱਲੇ ਹੋ ਕੇ ਬੈਠਾਂਗੇ ਕੁਝ ਸਮੇਂ ਲਈ, ਔਰ ਜਿਹੜੀਆਂ ਸਾਡੀਆਂ ਲਾਇਬਿਲਿਟੀਜ਼ ਨੇ ਉਹਨਾਂ ਨੂੰ ਅਸੀਂ ਥੋੜਾ ਜਿੰਨਾ ਉਹਨਾਂ ਤੋਂ ਅਸੀਂ ਆਪਣੇ ਆਪ ਨੂੰ ਰਿਲੀਫ ਲੈ ਲਾਂਗੇ, ਥੋੜਾ ਜਿੰਨਾ ਉਹਨਾਂ ਤੋਂ ਛੁਟਕਾਰਾ ਲੈ ਲਾਂਗੇ, ਉਹਨਾਂ ਤੋਂ ਥੋੜੀ ਦੇਰ ਲਈ ਛੁੱਟੀ ਲੈ ਲਾਂਗੇ। ਯਾਨੀ ਅਗਰ ਸਾਡੇ ਬੱਚੇ ਨੇ ਤੇ ਉਹਨਾਂ ਨੂੰ ਅਸੀਂ ਉਹਨਾਂ ਦੇ ਟੇਕ ਕੇਅਰ ਕਿਸੇ ਦੂਸਰੇ ਇਨਸਾਨ ਨੂੰ ਸੌਂਪ ਦਿਆਂਗੇ, ਫੈਮਿਲੀ ਮੈਂਬਰ ਨੂੰ। ਅਗਰ ਕੋਈ ਸਾਡੇ ਕੋਲ ਪੈਟ ਡੌਗ ਹੈ ਉਸ ਨੂੰ ਵੀ ਅਸੀਂ ਆਪਣੇ ਕਮਰੇ ਚੋਂ ਬਾਹਰ ਕੱਢ ਦਿਆਂਗੇ। ਔਰ ਸਭ ਤੋਂ ਜ਼ਰੂਰੀ ਜਿਹੜਾ ਫੋਨ ਹੈ, ਇਸ ਨੂੰ ਅਸੀਂ ਆਪਣੇ ਤੋਂ ਥੋੜੀ ਦੇਰ ਲਈ ਦੂਰ ਰੱਖਣ ਵਾਲੇ ਹਾਂ, ਕਮਰੇ ਚੋਂ ਬਾਹਰ ਰੱਖ ਦਈਏ, ਤਾਂ ਕਿ ਜੋ ਫੋਨ ਕਾਲਸ ਆ ਜਾਂਦੀਆਂ ਨੇ ਜਾਂ ਅਨਨੈਸੈਸਰੀ ਨੋਟੀਫਿਕੇਸ਼ਨਸ ਆ ਜਾਂਦੇ ਨੇ ਉਹ ਵੀ ਸਾਨੂੰ ਡਿਸਟਰਬ ਨਾ ਕਰ ਸਕਣ। ਸੋ ਇਹ ਸਭ ਕੁਝ ਕਰਨ ਤੋਂ ਬਾਅਦ ਹੁਣ ਅਸੀਂ ਅੱਖ ਬੰਦ ਕਰਕੇ ਬੈਠ ਜਾਵਾਂਗੇ, ਬੜੇ ਪਿਆਰ ਦੇ ਨਾਲ, ਕੰਫਰਟੇਬਲ ਹੋ ਕੇ, ਔਰ ਪਰਮਾਤਮਾ ਦੀਆਂ ਜਿਹੜੀਆਂ ਕੁਆਲਿਟੀਆਂ ਨੇ, ਈਸ਼ਵਰ ਦੀਆਂ ਜਿਹੜੀਆਂ ਵੀ ਕੁਆਲਿਟੀਆਂ ਨੇ ਜਿਨ੍ਹਾਂ ਦੇ ਨਾਲ ਵੀ ਅਸੀਂ ਇੱਕਮਿਕ ਹੋ ਚੁੱਕੇ ਹਾਂ, ਕਿ ਜਿਸ ਤਰ੍ਹਾਂ ਈਸ਼ਵਰ ਪਿਆਰ ਹੈ, ਆਪਣੇ ਹਾਰਟ ਦੇ ਉੱਤੇ ਜਾ ਕੇ ਉਸ ਪਿਆਰ ਨੂੰ ਮਹਿਸੂਸ ਕਰਾਂਗੇ। ਔਰ ਤਾਂ ਕਿ ਅਸੀਂ ਸਿਗਨਲ ਜਿਹੜਾ ਹੈ ਉਸ ਅਕਾਲ ਪੁਰਖ ਤੋਂ, ਉਸ ਪਰਮਾਤਮਾ ਤੋਂ ਕਲੀਅਰ ਸਿਗਨਲ ਅਸੀਂ ਲੈ ਸਕੀਏ। ਇਸ ਲਈ ਅਸੀਂ ਆਰਾਮ ਦੇ ਨਾਲ ਬੈਠ ਜਾਵਾਂਗੇ, ਕਨੈਕਟ ਹੋ ਗਏ ਆਪਣੇ ਈਸ਼ਵਰੀ ਗੁਣਾਂ ਦੇ ਨਾਲ, ਉਹਨਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਜੋੜ ਲਿਆ। ਔਰ ਜਿਸ ਨੂੰ ਕਹਿੰਦੇ ਨੇ ਕਿ ਜਿਹੜੇ ਅਨਵਾਂਟਡ ਗੈਸਟ ਨੇ ਮੇਰੇ ਔਰਾ ਦੇ ਵਿੱਚ ਆਏ ਹੋਏ, ਇਹਨਾਂ ਅਨਵਾਂਟਡ ਗੈਸਟ ਨੂੰ ਅਸੀਂ ਜਿਹੜੀਆਂ 6 ਪੰਕਤੀਆਂ ਸੀ ਉਸ ਦਿਨ ਅਸੀਂ ਯਾਦ ਕੀਤੀਆਂ ਸੀ, ਉਸ ਦੇ ਜਿਹੜੇ ਸਾਰ ਹੈ, ਉਸ ਦੇ ਸਾਰ ਨੂੰ ਅਸੀਂ ਕਹਿੰਦੇ ਨੇ ਕਿ ਕੁਆਇਟਲੀ ਅਲਾउड, यानी थोड़ा ਉੱਚੀ ਵੀ ਬੋਲਣਾ ਹੈ ਲੇਕਿਨ ਚੁੱਪ ਕਰਕੇ, ਇਤਨਾ ਉੱਚੀ ਵੀ ਨਹੀਂ ਬੋਲੀਏ ਕਿ ਸਾਰੀ ਉਹਨਾਂ ਨੂੰ ਸੁਣਾਈ ਦੇ ਜੇ, ਜਿਸ ਨੂੰ ਅਸੀਂ ਅੰਦਰ ਵਿਸਪਰ ਕਰਕੇ ਬੋਲਦੇ ਹਾਂ, ਅੰਦਰ ਉੱਚਾ ਬੋਲਦੇ ਲੇਕਿਨ ਮੂੰਹ ਚੋਂ ਆਵਾਜ਼ ਨਹੀਂ ਨਿਕਲ ਰਹੀ ਹੁੰਦੀ। ਅਸੀਂ ਉਤਨੀ ਉੱਚੀ ਆਵਾਜ਼ ਦੇ ਨਾਲ ਉਹ 6 ਪੰਕਤੀਆਂ ਦੇ ਸਾਰ ਜੋ ਹੈ ਉਹ ਅਸੀਂ ਬੋਲਾਂਗੇ, ਤਾਂ ਕਿ ਅਨਵਾਂਟਡ ਜਿਹੜੇ ਸਾਡਾ ਗੈਸਟ ਨੇ ਉਹ ਸਾਡੀ ਬਾਡੀ ਦੇ ਵਿੱਚੋਂ ਰਿਲੀਜ਼ ਹੋ ਜਾਣ, ਆਸੇ ਪਾਸੇ ਉਹਨਾਂ ਨੂੰ ਅਸੀਂ ਰਿਲੀਜ਼ ਕਰ ਸਕੀਏ। ਔਰ ਸੇਮ ਅਸੀਂ ਇਸ ਤਰ੍ਹਾਂ ਹੀ ਅਸੀਂ ਕੀਤਾ ਸੀਗਾ ਜਦੋਂ ਅਸੀਂ ਅਕਾਲ ਪੁਰਖ ਦੇ ਗੁਣਾਂ ਨੂੰ ਪ੍ਰੈਕਟਿਸ ਕੀਤੀ ਸੀ, ਜਦੋਂ ਅਸੀਂ ਰਾਤੀ ਸੌਣ ਲਈ ਜਾਂਦੇ ਸੀ, ਠੀਕ ਉਸੇ ਤਰੀਕੇ ਦੇ ਨਾਲ ਉਹਨਾਂ ਗੁਣਾਂ ਨੂੰ, ਗॉड इज लव, गॉड इज लव, सो आई एम लव, परमात्मा प्रेम है तो मैं भी प्रेम हाँ, ਇਹਨੂੰ ਅਸੀਂ ਥੋੜਾ ਜਿੰਨਾ ਉੱਚੀ ਬੋਲ ਕੇ ਆਪਣੇ ਆਪ ਨੂੰ ਪਰਮਾਤਮਾ ਦੀ ਕੁਆਲਿਟੀਜ਼ ਦੇ ਨਾਲ ਇੱਕਮਿਕ ਕਰ ਲੈਣਾ ਹੈ। ਔਰ ਜਦੋਂ ਅਸੀਂ ਕਲੇਮ ਕਰਨਾ ਹੈ ਕਿ ਈਸ਼ਵਰ ਦੇ ਸਾਰੀਆਂ ਕੁਆਲਿਟੀਜ਼ ਮੇਰੀਆਂ ਨੇ, ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ कि कहना है कि गॉड इज ऑल नोइंग इंटेलिजेंस, परमात्मा की है सर्व कला का ज्ञाता। वो परमात्मा ਨੂੰ हर चीज ਦਾ ਗਿਆਨ ਹੈ, पास्ट फ्यूचर, हर कला, हर नॉलेज, हर किस्म ਦੀ नॉलेज ਉਸ ਅਕਾਲ ਪੁਰਖ ਦੇ ਅੰਦਰ ਹੈ। ਔਰ ਮੈਂ ਹੁਣ ਉਸੇ ਨॉलेज ਨੂੰ, ਕਿਉਂਕਿ ਮੈਂ ਉਸੇ ਦਾ ਅੰਸ਼ ਹਾਂ, ਉਹੀ ਨॉलेज, ਉਹੀ ਗਿਆਨ ਮੇਰੇ ਅੰਦਰ ਵੀ ਹੈ, ਔਰ ਹੁਣ ਮੈਂ ਉਸ ਨੂੰ ਟੈਪ ਕਰ ਰਹੀ ਹਾਂ ਤਾਂ ਕਿ ਉਹ ਕੁਆਲਿਟੀ ਪਰਮਾਤਮਾ ਦੇ ਕੋਲੋਂ ਮੈਂ ਮੈਸੇਜ ਜਿਹੜਾ ਹੈ ਮੇਰਾ ਹਾਇਰ ਸੈਲਫ ਤੋਂ, ਉਹ ਮੈਂ ਰਿਸੀਵ ਕਰਨ ਵਾਸਤੇ ਹੁਣ ਮੈਂ ਰੈਡੀ ਹੋ ਕੇ ਬੈਠ ਗਈ ਹਾਂ। ਇਹ ਗੱਲ ਮੈਂ ਆਪਣੇ ਆਪ ਨੂੰ ਕਹਿਣਾ, ਸੋ ਗॉड इज ऑल नोइंग इंटेलिजेंस, सो आई एम ਉਸ ਦਾ ਅੰਸ਼ ਹਾਂ, ਇਸ ਲਈ ਇਹ ਕੁਆਲਿਟੀ ਮੇਰੇ ਅੰਦਰ ਵੀ ਹੈ, ਔਰ ਹੁਣ ਮੈਂ ਉਹਨੂੰ ਰਿਸੀਵ ਕਰਨ ਲਈ ਆਰਾਮ ਦੇ ਨਾਲ ਬੈਠ ਗਈ ਹਾਂ। ਔਰ ਆਪਣੇ ਆਪ ਨੂੰ ਅਸੀਂ ਤਿਆਰ ਕਰੀਏ ਕਿ ਸਾਨੂੰ ਹੁਣ ਹਾਇਰ ਸੈਲਫ ਤੋਂ ਕੋਈ ਮੈਸੇਜ ਮਿਲਣ ਵਾਲਾ ਹੈ ਡਾਇਰੈਕਟ, ਔਰ ਅਸੀਂ ਉਹਨੂੰ ਰਿਸੀਵ ਕਰਨ ਲਈ ਆਪਣੇ ਆਪ ਨੂੰ ਰੈਡੀ ਕਰਕੇ ਉਸ ਪੋਜੀਸ਼ਨ ਦੇ ਵਿੱਚ ਅਸੀਂ ਬੈਠ ਜਾਣਾ ਹੈ, ਰੈਡੀ ਹੋ ਕੇ। ਲੇਕਿਨ ਇਹਦੇ ਚ ਅਸੀਂ ਇੱਕ ਚੀਜ਼ ਧਿਆਨ ਰੱਖਣੀ ਹੈ। ਉਹ ਕੀ ਧਿਆਨ ਰੱਖਣਾ ਹੈ ਕਿ ਅਸੀਂ ਜਦੋਂ ਬੈਠਣਾ ਹੈ ਤੇ ਉਦੋਂ ਅਸੀਂ ਇਸ ਚੀਜ਼ ਦਾ ਧਿਆਨ ਕਰਨਾ ਹੈ ਕਿ ਅਸੀਂ ਟਰਾਂਸ ਦੇ ਵਿੱਚ ਜਾਣ ਦੀ ਸੰਭਾਵਨਾ ਜ਼ਿਆਦਾ ਹੋ ਜਾਂਦੀ ਹੈ, ਕਿਉਂਕਿ ਅਸੀਂ ਆਪਣੇ ਆਪ ਨੂੰ ਇਤਨਾ ਸਾਰੀ ਤਰਫੋਂ ਕਲੋਜ਼ ਕਰ ਲਿਆ, ਉਸ ਐਨਰਜੀ ਦੇ ਨਾਲ ਆਪਣੇ ਆਪ ਨੂੰ ਕਨੈਕਟ ਕਰ ਲਿਆ, ਤੇ ਜਿਸ ਨੂੰ ਤੰਦਰਾ ਅਵਸਥਾ ਕਹਿੰਦੇ ਆ, ਟਰਾਂਸ ਕਹਿ ਦਿੰਦੇ ਆ, ਜਾਂ ਹਲਕੀ ਜੀ ਨੀਂਦ ਕਹਿ ਦਿੰਦੇ ਆ, ਉਹਦੇ ਵਿੱਚ ਜਾਣ ਦੀ ਸੰਭਾਵਨਾ ਹੋ ਜਾਂਦੀ ਹੈ। ਤੇ ਇਹਦੇ ਲਈ ਸਾਨੂੰ ਜਸਟ ਅਲਰਟ ਰਹਿਣਾ ਹੈ ਔਰ ਅਵੇਅਰ ਰਹਿਣਾ ਹੈ ਕਿ ਅਸੀਂ ਟਰਾਂਸ ਦੇ ਵਿੱਚ ਨਾ ਚਲੇ ਜਾਈਏ, ਹਲਕੀ ਨੀਂਦ ਦੇ ਵਿੱਚ, ਬੇਹੋਸ਼ੀ ਦੇ ਵਿੱਚ ਨਾ ਜਾਈਏ। ਇਹਦੇ ਲਈ ਸਾਨੂੰ ਕੀ ਕਰਨਾ ਪਏਗਾ ਕਿ ਆਪਣੇ ਜਿਹੜੀ ਮੇਰੀ ਚੇਤਨਾ ਹੈ, ਜਿਹੜਾ ਮੇਰੀ ਕੌਨਸ਼ੀਅਸਨੈਸ ਹੈ, ਜਿਹੜਾ ਮੇਰਾ ਧਿਆਨ ਹੈ, ਉਹਨੂੰ ਮੈਂ ਆਪਣੇ ਹਾਰਟ ਦੇ ਉੱਤੇ ਲੈ ਕੇ ਜਾਵਾਂਗੀ ਔਰ ਉਸ ਪਿਆਰ ਦੀ એનર્ਜੀ ਨੂੰ, ਉਸ ਲਵ એનર્ਜੀ ਦੇ ਉੱਤੇ ਫੋਕਸ ਰੱਖਣ ਵਾਲੀ ਹਾਂ। ਔਰ ਮੈਂ ਕੀ ਕਰਨਾ ਹੈ, ਜਿਹੜੇ ਮੇਰੇ ਥਾਟਸ ਆ ਰਹੇ ਨੇ, ਕਿਉਂਕਿ ਥਾਟ ਚੱਲ ਰਹੇ ਨੇ ਨਾ ਅੰਦਰ, ਉਹਨਾਂ ਥਾਟਸ ਨੂੰ ਮੈਂ ਆਰਾਮ ਦੇ ਨਾਲ ਬੈਠ ਕੇ ਸੁਣਨਾ ਹੈ। ਲੇਕਿਨ ਇਹਨਾਂ ਥਾਟਸ ਨੂੰ ਸੁਣਦੇ ਸੁਣਦੇ ਧਿਆਨ ਕੀ ਰੱਖਣਾ ਹੈ, ਜਿਹੜੇ ਸਿਗਨਲ ਨੂੰ, ਜਿਹੜੇ ਅਸੀਂ ਬਾਡੀ ਦੇ ਉੱਤੇ ਸਿਗਨਲ ਦੀ ਅਸੀਂ ਕਿਹਾ ਸੀ ਨਾ ਕਿ ਸਾਨੂੰ ਬਾਡੀ ਜਿਹੜਾ ਹਾਇਰ ਸੈਲਫ ਹੈ ਉਹ ਸਾਨੂੰ ਸਿਗਨਲ ਦੇਗਾ, ਕੋਈ ਕਿਹੜੇ ਲੈਵਲ ਦੇ ਉੱਤੇ, ਬਾਡੀ ਦੇ ਲੈਵਲ ਦੇ ਉੱਤੇ, ਉਸ ਸਿਗਨਲ ਦੀ ਵੀ ਵੇਟ ਕਰਨੀ ਹੈ। ਬਾਕੀ
उस सिग्नल ਨੂੰ ਜਿਹੜੇ ਥਾਟਸ ਆਣਗੇ ਉਹਨਾਂ ਦੇ ਨਾਲ ਅਸੀਂ ਕਿਸ ਤਰ੍ਹਾਂ ਡੀਲ ਕਰਨਾ ਹੈ, ਇਹ ਅਸੀਂ ਕੱਲ ਦੇ ਆਪਣੇ ਜਿਹੜਾ ਸੈਸ਼ਨ ਹੋਏਗਾ ਉਹਦੇ ਚ ਅਸੀਂ ਸਿੱਖਣ ਵਾਲੇ ਹਾਂ। ਆਈ ਹੋਪ ਸਾਨੂੰ ਹੁਣ ਇਤਨੀ ਕਲੀਅਰਿਟੀ ਹੋ ਗਈ ਹੋਏਗੀ ਕਿ ਗੋਡ ਇਜ਼ ਆਲ ਨੋਇੰਗ ਇੰਟੈਲੀਜੈਂਸ। ਤਾਂ ਹੁਣ ਮੈਂ ਜਿਹੜੇ ਮੈਸੇजेस ਨੇ ਰਿਸੀਵ ਕਰਨ ਦੀ ਪੋਜੀਸ਼ਨ ਚ ਕਿਸ ਤਰ੍ਹਾਂ ਬੈਠਣਾ ਹੈ ਉਹ ਮੈਂ ਸਿੱਖ ਲਿਆ ਹੈ। ਔਰ any doubt or any question? Yes, if somebody has any question? No, no. Okay, तो फिर ਅਸੀਂ ਸੈਸ਼ਨ ਅੱਜ ਇੱਥੇ ਹੀ ਖਤਮ ਕਰਦੇ ਹਾਂ ਔਰ ਧਿਆਨ ਦੀ ਤਰਫ ਆਪਣੀ ਯਾਤਰਾ ਸ਼ੁਰੂ ਕਰਦੇ ਹਾਂ। ओके, तो सारे जने अपने कोल सबने पानी रखा ही होएगा, जरूर थोड़ा पानी पी लीए। अपनी अगर चश्मे पाए हुए ने तो चश्मे नूं उतार के साइड ते रख दईए, अखां नूं बंद कर लईए, फिंगर्स नूं क्रॉस कर लेना है, फिंगर्स नूं क्रॉस, लत्तां नूं क्रॉस, अखां बंद, क्योंकि साडी 80 तो ज्यादा % एनर्जी जिहड़ी है अखां दे राहीं बाहर चली जाती है। अगर असी सोफे ते बैठे हैं ते लत्तां नूं क्रॉस करके बैठांगे, मन शांत, ध्यान श्वास ते, श्वास आ रहा है, श्वास जा रहा है, मिलन जा रहे हैं उस प्रभु नूं, उस ईश्वर नूं जिहड़ा साडे ही अंदर बैठा है। मन शांत, ब्रीद इन, ब्रीद आउट। जो ब्रह्मंडे सोई पिंडे, जिस भी ज्ञान नूं असीं बाहर लभ रहे हैं, वो सारा ज्ञान साडे ही अंदर है।
पाताला पाताल, आगासा आगास, ओढ़ख ओढ़ख पाल थके, वेद कहन एक बात। जिस खोज की गल साइंस अज कर रही है, उस सारे दे बारे पहले ही लिखा जा चुका है। महसूस करो, अपने अंदर उस प्रेम नो, उस प्रेम की शक्ति नो प्यार भी एक एनर्जी है। इस ऊर्जा नो अपने हृदय च महसूस करो। ना कोई भूत, ना कोई भविष्य, जो कुछ भी है बस ऐसे पल दे अंदर है। ध्यान श्वास पे, जीवन च कोई भी समस्या है, किसी भी किस्म की, कितने जाने की जरूरत नहीं। सिर्फ ध्यान च बैठ जाइए। उस ऑल नोइंग इंटेलिजेंस के नाल हर समस्या का हल सानू अंदरों ही मिलने वाला है। बिन बोलिया सब कुछ जानता, किस आगे कीजिए अरदास जियो।
अज्ञान अंधेरा मिटिया, गुरु ज्ञान घट बलिया। पूरे ब्रह्मांड का ज्ञान साडे अंदर ही है। सारा संगीत, सारे राग सारे अंदरों ही उत्पन्न हुए हैं। कबीर जी किहड़े स्कूल च जाके पढ़े सी? गुरु नानक देव जी किहड़े स्कूल च गए सी? इसलिए सानू भी बाहर भटकन की जरूरत नहीं है। सिर्फ चौंकड़ा मार के बैठ जाना है ध्यान दे विच, अखां बंद, ध्यान श्वास ते। श्वास ही सानू और साडे अकाल पुरख के दरमियान एक कनैक्टर है। इन्हां श्वासां दे नाल ही असी अपने अंदर डीप डीप
और गहरे उतर सकते हैं। अपने ही हृदय च गहरे उतरिए। और गहरे। और गहरे। जिन खोजा तिन पाया, गहरे पानी बैठ। मैं बपुरा ऐसा डरा, रहा किनारे बैठ। डुबकी लगा दईए उस प्यार दे सागर विच। और ज्ञान दे अनमोल मोती लेके बाहर आइए। ना कोई सोच, ना कोई विचार, ध्यान श्वास ते। गुर सागर रत्नी भरपूरे। अपने अंदर जाके सुनो, उस होंद नू फील करिए।
Just feel the love. ध्यान श्वास दे. फील करिए उस आनंद नो, उस शांति नो. आनंद पया मेरी माए, सतगुरु में पाया. आनंद. Feel the vibrations.
Last 10 seconds, masters. 10, 9, 8, 7, 6, 5, 4, 3, 2, 1 and 0. अपने आप ਨੂੰ ਬਾਹਰ ਦੀ ਦੁਨੀਆ ਦੇ ਵੱਲ ਥੋੜਾ ਆਪਣੇ ਆਪ ਨੂੰ ਰਿਲੈਕਸ ਕਰੀਏ, ਧਿਆਨ ਆਪਣੀ ਬੋਡੀ ਨੂੰ ਦੇਈਏ, ਅਵੇਅਰਨੈਸ ਲੈ ਕੇ ਆਈਏ ਬੋਡੀ ਦੀ ਚੇਤਨਾ ਵਿੱਚ, ਸਰੀਰ ਦੀ ਚੇਤਨਾ ਦੇ ਵਿੱਚ। ਦੋਨਾਂ ਹੱਥਾਂ ਨੂੰ ਆਪਣੇ ਅੱਖਾਂ ਦੇ ਉੱਤੇ ਰੱਖੀਏ। 5, 4, 3, 2, 1, 0। ਮੁਸਕਰਾਉਂਦੇ ਹੋਏ ਧੀਰੇ ਧੀਰੇ ਅੱਖਾਂ ਖੋਲੀਏ। Thank you, ma'am. Thank you so much. Thank you.